ਵੈਲਕਮ ਸਟੂਡੈਂਟਸ। ਅੱਜ ਅਸੀਂ ਅੰਡਰਸਟੈਂਡਿੰਗ ਦਾ ਸੈਲਫ ਵਾਲੇ ਪੇਪਰ ਦਾ ਸੈਕਸ਼ਨ ਬੀ ਦਾ ਇੱਕ ਟੌਪਿਕ ਕਰ ਰਹੇ ਹਾਂ, ਡਿਵੈਲਪਿੰਗ ਹਿਊਮੈਨਿਸਟਿਕ ਆਈਡੈਂਟਿਟੀ, ਮਾਨਵੀ ਪਹਿਚਾਣ ਦਾ ਵਿਕਾਸ। ਸੈਕਸ਼ਨ ਬੀ ਦੇ ਵਿੱਚ ਪਹਿਲਾ ਲੈਸਨ ਆ ਜਿਹੜਾ ਤੁਹਾਡਾ ਸਕੂਲਿੰਗ ਐਜ਼ ਅ ਪ੍ਰੋਸੈਸ ਆਫ ਆਈਡੈਂਟਿਟੀ ਫਾਰਮੇਸ਼ਨ, ਉਹਦੇ ਵਿੱਚ ਟੌਪਿਕ ਆ ਇਹ। ਲੌਂਗ ਕੁਐਸਚਨ ਆ, ਮਾਨਵੀ ਪਹਿਚਾਣ ਦਾ ਵਿਕਾਸ ਕੀ ਹੁੰਦਾ ਹੈ। ਪਹਿਲਾਂ ਇਹਦੀ ਇੰਟਰੋਡਕਸ਼ਨ ਦੇਖਦੇ ਹਾਂ, ਅਸੀਂ ਮੀਨਿੰਗ ਦੇਖਦੇ ਹਾਂ। ਆਰਥਿਕ ਸੰਕਟ ਤੇ ਵਿਚਾਰਧਾਰਾ ਦੇ ਸੰਕਟ ਤੋਂ ਇਲਾਵਾ ਹਰੇਕ ਦੇਸ਼ 'ਚ ਕੁਝ ਨਾ ਕੁਝ ਮਾਤਰਾ ਵਿੱਚ ਨੈਤਿਕ ਸੰਕਟ ਵੀ ਹੁੰਦਾ ਹੈ। ਜਦੋਂ ਅਸੀਂ ਸੰਕਟ ਦੀ ਗੱਲ ਕਰਦੇ ਹਾਂ, ਜ਼ਰੂਰੀ ਨਹੀਂ ਕਿ ਸਿਰਫ ਆਰਥਿਕ ਸੰਕਟ ਜਾਂ ਸਮਾਜਿਕ ਸੰਕਟ ਦੀ ਹੀ ਗੱਲ ਕੀਤੀ ਜਾਵੇ। ਇਸ ਤੋਂ ਇਲਾਵਾ ਅਸੀਂ ਨੈਤਿਕ ਸੰਕਟ ਦੀ ਵੀ ਗੱਲ ਕਰਾਂਗੇ। ਨੈਤਿਕ ਸੰਕਟ ਕੀ ਹੁੰਦਾ ਹੈ? ਜਦੋਂ ਸਮਾਜ ਦੇ ਵਿੱਚ ਜਿਹੜੀ ਨੈਤਿਕਤਾ ਹੈ ਉਹ ਗਿਰ ਜਾਂਦੀ ਹੈ ਅਤੇ ਮਨੁੱਖ ਜਿਹੜਾ ਉਹ ਮਨੁੱਖ ਦਾ ਹੀ ਦੁਸ਼ਮਣ ਬਣ ਜਾਂਦਾ ਹੈ, ਤਾਂ ਨੈਤਿਕ ਸੰਕਟ ਆਉਂਦਾ ਹੈ। ਕਿਸੇ ਵੀ ਸੁਸਾਇਟੀ ਦੇ ਵਿੱਚ ਵਿਕਾਸ ਤੇ ਉન્નਤੀ ਦੇ ਨਾਮ ਤੇ ਜਦੋਂ ਲੋਕ ਟੈਕਨੋਲੋਜੀ ਤੇ ਮਸ਼ੀਨੀ ਯੁੱਗ ਦੇ ਵਿੱਚ ਜਦੋਂ ਐਂਟਰ ਕਰਦੇ ਨੇ, ਕਹਿ ਲਓ ਕਿ ਪੂਰੀ ਤਰ੍ਹਾਂ ਜਦੋਂ ਲਿਪਤ ਹੋ ਜਾਂਦੇ ਨੇ ਟੈਕਨੋਲੋਜੀ ਤੇ ਮਸ਼ੀਨੀ ਯੁੱਗ 'ਚ, ਤਾਂ ਉਹਦੇ ਕਾਰਨ ਕਈ ਵਾਰੀ ਇਨਸਾਨ ਦੀ ਜਿਹੜੀ ਸੋਚ ਆ ਉਹ ਵੀ ਮਸ਼ੀਨੀ ਬਣ ਜਾਂਦੀ ਹੈ ਅਤੇ ਜਿਹੜਾ ਉਹਦੇ ਮਾਨਵੀ ਗੁਣ ਨੇ ਉਹਨਾਂ 'ਤੇ ਫਰਕ ਪੈਂਦਾ ਏ। ਜਿਵੇਂ ਅਸੀਂ ਇਹਦੀ ਐਗਜ਼ਾਮਪਲ ਜੰਗ ਲੈ ਲੈਂਦੇ ਹਾਂ। ਯੁੱਧ ਜਿਹੜੇ ਹੁੰਦੇ ਨੇ ਉਹ ਮਸ਼ੀਨਾਂ ਦੇ ਸਿਰ 'ਤੇ ਹਥਿਆਰਾਂ ਦੀ ਦੌੜ ਨਾਲ, ਨਿਊਕਲੀਅਰੀ ਹਥਿਆਰਾਂ ਦੀਆਂ ਕਾਢਾਂ ਕਰਕੇ ਜਾਂ ਸ਼ਕਤੀ ਦੀ ਭੁੱਖ ਕਰਕੇ ਕਹਿ ਲਓ, ਇਨਸਾਨ ਨੂੰ ਨਫ਼ਰਤ ਵੱਲ ਨੂੰ ਲੈ ਕੇ ਜਾਂਦੇ ਨੇ। ਅਜਿਹੇ ਹਾਲਾਤਾਂ ਨੂੰ ਦੇਖਦੇ ਹੋਏ ਸਾਨੂੰ ਸੋਚਣ ਵਿਚਾਰਨ ਦੀ ਲੋੜ ਆ ਕਿ ਅਸਲ ਰੂਪੀ ਮਾਨਵਵਾਦੀ ਵਤੀਰਾ ਕਦੇ ਵੀ ਮਨੁੱਖ ਨੂੰ ਮਕੈਨੀਕਲ ਨਹੀਂ ਬਣਾਉਂਦਾ, ਸਗੋਂ ਉਹ ਮਨੁੱਖ ਨੂੰ ਸਵੈ ਮੁਕਤੀ ਤੇ ਰੂਹਾਨੀਅਤ ਦੇ ਕੁਝ ਅੰਸ਼ ਦਿਖਾਉਂਦਾ ਏ। ਯੁੱਗਾਂ ਯੁੱਗਾਂ ਦੇ ਅਨੁਭਵ ਤੋਂ ਮਨੁੱਖ ਨੇ ਇਹ ਸਿੱਖਿਆ ਹੈ ਕਿ ਜਿਹੜਾ ਮਾਨਵਤਾਵਾਦੀ ਆ ਵਤੀਰਾ ਏ ਉਹ ਆਤਮਬੋਧੀ ਬਣਾਉਂਦਾ ਹੈ ਸਾਨੂੰ, ਨਾ ਕਿ ਮਕੈਨੀਕਲ। ਤਾਂ ਜਿਹੜਾ ਟੈਕਨੋਲੋਜੀ ਆ ਅਤੇ ਮਸ਼ੀਨੀਕਰਨ ਆ, ਇਹਦੇ ਨਾਲ ਚਾਹੇ ਰਸਤਾ ਭਟਕ ਕੇ ਥੋੜ੍ਹੀ ਦੇਰ ਲਈ ਮਾਨਵ ਆ ਜਿਹੜਾ ਉਹ ਆਪਣੀ ਮਾਨਵਵਾਦੀ ਸੋਚ ਛੱਡ ਦਿੰਦਾ ਹੈ, ਪਰ ਫਿਰ ਵੀ ਜਿਹੜੀ ਉਹਦੀ ਬੇਸਿਕ ਅਸੀਂ ਕਹਿੰਦੇ ਪ੍ਰਵਿਰਤੀ ਆ, ਉਹਨੂੰ ਆਪਣੀ ਸੈਲਫ ਰਿਅਲਾਈਜੇਸ਼ਨ ਉਹ ਹੋਣ ਨਾਲ ਉਹ ਫਿਰ ਉਸੇ ਰਸਤੇ 'ਤੇ ਆ ਜਾਂਦਾ ਹੈ। ਤਾਂ ਅਸੀਂ ਮਾਨਵਵਾਦੀ ਸੰਕਲਪ ਕਰਾਂਗੇ। ਮਾਨਵਵਾਦੀ ਸੰਕਲਪ ਕੀ ਆ? ਮਾਨਵਵਾਦ ਜਿਹੜਾ ਇਹ ਆਪਣੇ ਆਪ 'ਚ ਇੱਕ ਲਹਿਰ ਆ ਜੋ ਮਨੁੱਖਵਾਦ ਨੂੰ ਪ੍ਰੋਤਸਾਹਨ ਦਿੰਦੀ ਆ। ਜਾਂ ਅਸੀਂ ਕਹੀਏ ਕਿ ਮਸ਼ੀਨੀ ਯੁੱਗ ਦੇ ਵਿੱਚ ਜਦੋਂ ਅਸੀਂ ਆਪਣੀਆਂ ਕਦਰਾਂ ਕੀਮਤਾਂ ਨੂੰ ਖੋਣਾ ਸ਼ੁਰੂ ਕਰ ਦਿੰਦੇ ਆ, ਤਾਂ ਉਹਦੇ ਵਿੱਚ ਮਾਨਵਵਾਦ ਇੱਕ ਲਹਿਰ ਦੇ ਰੂਪ 'ਚ ਕੰਮ ਕਰਦੀ ਆ। ਇਹ ਮਨ ਦਾ ਅਜਿਹਾ ਸੁਭਾਅ ਹੈ ਜੋ ਮਨੁੱਖ ਅਤੇ ਮਨੁੱਖੀ ਕੀਮਤਾਂ ਨੂੰ ਮਹੱਤਤਾ ਦਿੰਦਾ ਹੈ। ਪਿਛਲੇ ਕੁਝ ਸਾਲਾਂ ਵਿੱਚ ਮਾਨਵਵਾਦ ਸ਼ਬਦ ਜਿਹੜਾ ਵਰਤਿਆ ਗਿਆ ਹੈ, ਇਹਦਾ ਮਤਲਬ ਅਜਿਹੀ ਕਦਰ ਪ੍ਰਣਾਲੀ ਤੋਂ ਆ ਜਿਸ ਵਿੱਚ ਹਰ ਵਿਅਕਤੀ ਦੀ ਆਪਣੀ ਨਿੱਜੀ ਕਦਰ ਹੋਵੇ। ਇਸ ਦੁਆਰਾ ਹੀ ਮਨੁੱਖ ਤੇ ਮਨੁੱਖੀ ਰੁਚੀਆਂ ਦਾ ਜਾਇਜ਼ਾ ਲਿਆ ਜਾਂਦਾ ਹੈ। ਬਹੁਤ ਸਾਰੀਆਂ ਗੱਲਾਂ ਜੋ ਖਾਸ ਕਰਕੇ ਮਾਨਵੀ ਹਨ ਨੂੰ ਮਹੱਤਵਪੂਰਨ ਸਮਝਿਆ ਜਾਂਦਾ ਹੈ। ਉਹ ਚੀਜ਼ਾਂ ਜਾਂ ਗੁਣ ਜੋ ਮਨੁੱਖ ਨੂੰ ਉਚੇਰਾ ਕਰਦੀਆਂ ਨੇ ਜਾਂ ਸੰਤੁਸ਼ਟੀ ਦਿੰਦੀਆਂ ਨੇ, ਉਹਨਾਂ ਨੂੰ ਮਹੱਤਵਪੂਰਨ ਸਮਝਿਆ ਜਾਂਦਾ ਹੈ। ਹੁਣ ਕਈ ਜਿਹੜੇ ਵਿਦਵਾਨ ਨੇ ਉਹਨਾਂ ਦੇ ਤਰਕ ਅਨੁਸਾਰ ਅਸੀਂ ਦੇਖਾਂਗੇ, ਜਿਵੇਂ ਲੇਮਾਨ ਮਾਨਵਵਾਦ ਨੂੰ ਤਰਕ ਤੇ ਲੋਕਤੰਤਰ ਦੀ ਵਿਧੀਆਂ ਅਨੁਸਾਰ ਸਰਬੱਤ ਦੇ ਭਲੇ ਲਈ ਕੀਤੀ ਖੁਸ਼ੀ ਭਰਪੂਰ ਸੇਵਾ ਦਾ ਇੱਕ ਫਲਸਫਾ ਦੱਸਦਾ ਹੈ। ਅੰਗਰੇਜ਼ੀ ਜਾਣਕਾਰ ਲਈ ਮਾਨਵਵਾਦ ਦੀ ਪਰਿਭਾਸ਼ਾ ਇਹ ਹੈ ਕਿ ਉਹ ਪ੍ਰਣਾਲੀ ਜੋ ਕਦਰਾਂ ਕੀਮਤਾਂ ਤੇ ਅਵਸਥਾਵਾਂ 'ਤੇ ਨਿਰਭਰ ਹੈ, ਉਸ ਨੂੰ ਮਾਨਵਵਾਦ ਕਿਹਾ ਜਾ ਸਕਦਾ ਹੈ। ਇਹ ਬੁਨਿਆਦੀ ਤੌਰ 'ਤੇ ਮਨੁੱਖੀ ਬਿਰਤੀ ਨੇਕ ਆ
ਸਾਰੀਆਂ ਸਮੱਸਿਆਵਾਂ ਧਰਮ ਦੀ ਬਜਾਏ ਦਲੀਲ ਨਾਲ ਹੱਲ ਕੀਤੀਆਂ ਜਾ ਸਕਦੀਆਂ ਨੇ। ਫਿਰ ਵਿਕੀਪੀਡੀਆ ਦੇ ਅਨੁਸਾਰ ਕੀ ਆ, ਮਾਨਵਵਾਦ ਇੱਕ ਲੋਕਤੰਤਰੀ ਤੇ ਨੈਤਿਕੀ ਜਾਂਚ ਹੈ। ਮਨ ਮਨੁੱਖਾਂ ਨੂੰ ਆਪਣੇ ਜੀਵਨ ਵਿੱਚ ਹੱਕਾਂ ਤੇ ਅਧਿਕਾਰਾਂ ਨੂੰ ਆਪਣੀ ਸੂਝ-ਬੂਝ ਅਨੁਸਾਰ ਨਿਸ਼ਚਿਤ ਕਰਨ ਦੀ ਆਗਿਆ ਬਖਸ਼ਦਾ ਏ। ਤਾਂ ਇਹ ਜਿਹੜਾ ਇਹ ਵਿਕੀਪੀਡੀਆ ਦਾ ਵਿਚਾਰ ਆ, ਰਾਮ ਕ੍ਰਿਸ਼ਨ ਪਰਮਹੰਸ ਜਿਹੜੇ ਉੱਗੇ ਸਮਾਜ ਸੇਵਕ ਕਹਿੰਦੇ ਅਸੀਂ ਹੋਏ ਨੇ, ਉਹਨਾਂ ਨੇ ਕੀ ਕਿਹਾ ਮਾਨਵਵਾਦ ਬਾਰੇ? ਕੇਵਲ ਮਾਨਵ ਪਿਆਰ ਕਰਨ ਦੀ ਵਕਾਲਤ ਹੀ ਨਹੀਂ ਕੀਤੀ ਉਹਨਾਂ ਨੇ, ਸਗੋਂ ਮਨੁੱਖ ਦੀ ਸੇਵਾ ਜਿਹੜੀ ਆ ਉਸ ਨੂੰ ਵੀ ਉਹ ਪਹਿਲ ਦਿੰਦੇ ਨੇ, ਕਿਉਂਕਿ ਉਹ ਮੰਨਦੇ ਨੇ ਕਿ ਈਸ਼ਵਰ ਮਨੁੱਖ ਵਿੱਚ ਵੱਸਦਾ ਏ। ਸੰਸਾਰ ਨੂੰ ਜਿਹੜਾ ਏ ਉਹ ਆਪਣਾ ਪਰਿਵਾਰ ਸਮਝਦਾ ਏ। ਇਸ ਗੱਲ 'ਤੇ ਜ਼ੋਰ ਦਿੰਦਾ ਏ ਕਿ ਮਨੁੱਖ ਨਾਲ ਹਮਦਰਦੀ ਹੋਣਾ ਉਵੇਂ ਹੀ ਹੈ ਜਿਵੇਂ ਮਨੁੱਖੀ ਦਿਲ ਵਿੱਚ ਰੱਬ ਵੱਸਦਾ ਹੋਵੇ। ਅੱਗੇ ਵਿਵੇਕਾਨੰਦ ਦੀ ਜਿਹੜੀ ਵਿਚਾਰਧਾਰਾ ਹੈ ਮਾਨਵਵਾਦ ਪ੍ਰਤੀ, ਉਹ ਦੇਖਦੇ ਹਾਂ ਅਸੀਂ। ਉਹ ਕਹਿੰਦੇ ਨੇ ਮਾਨਵਵਾਦ ਇੱਕ ਵਿਅਕਤੀ ਦੇ ਕੁਦਰਤੀ, ਬੌਧਿਕ ਤੇ ਅਧਿਆਤਮਕ ਪੱਖਾਂ ਦਾ ਸੰਤੁਲਿਤ ਵਿਕਾਸ ਕਰਦਾ ਏ, ਜਿਹੜਾ ਕਿ ਇੱਕ ਵਿਅਕਤੀ ਦੀ ਉન્નਤੀ ਕਰਦਾ ਏ, ਉਸ ਵਿੱਚ ਪਿਆਰ ਤੇ ਸਹਿਣਸ਼ੀਲਤਾ ਭਰ ਦਿੰਦਾ ਏ। ਮਾਨਵਤਾਵਾਦ ਅਸਲ ਵਿੱਚ ਮਾਨਵਤਾ ਦੇ ਭਲੇ ਨਾਲ ਸੰਬੰਧਿਤ ਹੋਣਾ ਚਾਹੀਦਾ ਏ। ਭਾਰਤੀ ਗ੍ਰੰਥ ਸੰਸਾਰ ਇੱਕ ਘਰ ਹੈ ਜਾਂ ਸੰਸਾਰ ਇੱਕ ਪਰਿਵਾਰ ਹੈ, ਇਸ ਧਾਰਨਾ ਦੀ ਵਕਾਲਤ ਕਰਦੇ ਨੇ। ਜਿਹੜਾ ਅਮਰੀਕਾ ਮਾਨਵਵਾਦ ਸੰਗਠਨ ਆ, ਉਹ ਕੀ ਕਹਿੰਦਾ ਏ? ਮਾਨਵਵਾਦ ਆ ਜਿਹੜਾ ਲੋਕਾਂ ਵਿੱਚ ਮਾਨਵਤਾ ਤੇ ਵਿਗਿਆਨ ਅੰਦਰ ਇੱਕ ਅਜਿਹਾ ਵਿਸ਼ਵਾਸ ਹੈ ਜਿਹੜਾ ਸੱਚਾਈ ਪ੍ਰਾਪਤ ਕਰਨ ਦਾ ਸਾਧਨ ਆ। ਇਹ ਦਰਸ਼ਨ, ਸ਼ਾਸਤਰ, ਵਿਗਿਆਨ, ਕਲਾ ਅਤੇ ਸਾਹਿਤ ਦੇ ਮਾਧਿਅਮ ਦੁਆਰਾ ਜ਼ਿੰਦਗੀ ਦੇ ਨੈਤਿਕ ਤੇ ਅਧਿਆਤਮਿਕ ਮੁੱਲਾਂ ਦਾ ਵਿਕਾਸ ਕਰਦਾ ਹੈ। ਮਾਨਵਵਾਦੀ ਇਹ ਵਿਚਾਰ ਰੱਖਦੇ ਨੇ ਕਿ ਵਿਅਕਤੀ ਨੂੰ ਜੀਵਨ ਜਿਉਣ ਲਈ ਸਿਰਫ ਇੱਕ ਹੀ ਜ਼ਿੰਦਗੀ ਮਿਲਦੀ ਆ, ਇਸ ਲਈ ਵਧੀਆ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਨੇ ਤਾਂ ਜੋ ਇਸ ਨੂੰ ਖੁਸ਼ੀ-ਖੁਸ਼ੀ ਜੀਵੇ ਤੇ ਜ਼ਿੰਦਗੀ ਵਿੱਚ ਚੰਗੇ ਕੰਮ ਕਰੇ। ਮਾਨਵਵਾਦੀ ਸੋਚ ਵਾਲਾ ਵਿਅਕਤੀ ਹੈ ਜਿਹੜਾ ਸੁਤੰਤਰਤਾ ਨਾਲ ਆਪਣੇ ਦਿਮਾਗ 'ਤੇ ਜ਼ੋਰ ਦੇ ਕੇ ਦੂਸਰਿਆਂ ਦੀ ਸੇਵਾ ਕਰਕੇ ਧਰਤੀ 'ਤੇ ਸ਼ਾਂਤੀ ਤੇ ਸੁਤੰਤਰਤਾ ਬਣਾਉਣ ਦਾ ਕੰਮ ਕਰਦਾ ਏ। ਇਹ ਜ਼ਿੰਦਗੀ ਵਿੱਚ ਸਹੀ ਸੰਤੁਲਨ ਲਿਆਉਂਦਾ ਏ। ਤਾਂ ਇਹ ਸੀਗੇ ਮਾਨਵਤਾਵਾਦੀ ਜਿਹੜੀ ਸੋਚ ਆ ਉਸ ਦਾ ਕਨਸੈਪਟ। ਅੱਗੇ ਇਸ ਦੀਆਂ ਵਿਸ਼ੇਸ਼ਤਾਵਾਂ ਕਰਦੇ ਹਾਂ ਅਸੀਂ। ਮਾਨਵਤਾਵਾਦੀ ਪਹਿਚਾਣ ਦੀਆਂ ਵਿਸ਼ੇਸ਼ਤਾਵਾਂ। ਜਿਹੜੀ ਮਾਨਵਤਾਵਾਦੀ ਪਹਿਚਾਣ ਆ ਉਹ ਦੁਨੀਆ ਨੂੰ ਚਿੰਤਾ ਤੇ ਤਣਾਅ ਤੋਂ ਮੁਕਤੀ ਦੇਣ ਲਈ ਜ਼ੋਰ ਦਿੰਦੀ ਆ। ਇਸ ਕੰਮ ਲਈ ਮਾਨਵਤਾਵਾਦੀ ਪਹਿਚਾਣ ਦਾ ਵਿਕਾਸ ਹੋਣਾ ਵੀ ਜ਼ਰੂਰੀ ਆ, ਕਿਉਂਕਿ ਇਹ ਮਨੁੱਖ ਦੀ ਇੱਜ਼ਤ, ਗੁਣ ਤੇ ਭਲਾਈ ਨਾਲ ਗੂੜਾ ਸੰਬੰਧ ਰੱਖਦੀ ਆ। ਇਸ ਦੀਆਂ ਕੁਝ ਵਿਸ਼ੇਸ਼ਤਾਵਾਂ ਨੇ ਜਿਹੜੀਆਂ ਹੇਠ ਲਿਖੇ ਪ੍ਰਕਾਰ ਨੇ। ਤਾਂ ਇਸ ਤਰ੍ਹਾਂ ਨਾਲ ਅਸੀਂ ਇਹਦੀਆਂ ਵਿਸ਼ੇਸ਼ਤਾਵਾਂ ਕਰਦੇ ਹਾਂ। ਨੰਬਰ 1 ਤੇ ਹੈਗਾ ਮਾਨਵਵਾਦੀ ਪਹਿਚਾਣ ਵਾਲੇ ਵਿਅਕਤੀ ਏਕਤੰਤਰੀ ਮੁੱਲਾਂ ਤੋਂ ਲੋਕਤੰਤਰੀ ਮੁੱਲਾਂ 'ਤੇ ਜ਼ੋਰ ਦਿੰਦੇ ਨੇ। ਏਕਤੰਤਰੀ ਮੁੱਲਾਂ ਤੋਂ ਲੋਕਤੰਤਰੀ ਮੁੱਲਾਂ ਦਾ ਮਤਲਬ ਇੱਕ ਜਣੇ ਦੀ ਜਿਹੜੀ ਆ ਪਾਵਰ ਨਹੀਂ ਹੋਣੀ ਚਾਹੀਦੀ, ਸਾਰਿਆਂ ਦੀ ਜਿਹੜੀ ਬਰਾਬਰ ਹਿੱਸਾ ਹੈ ਜਿਹੜਾ ਹੋਣਾ ਚਾਹੀਦਾ, ਸਾਰਿਆਂ ਦੇ ਹੱਥ ਵਿੱਚ ਪਾਵਰ ਹੋਣੀ ਚਾਹੀਦੀ ਆ। ਉਹ ਪੂੰਜੀਵਾਦੀ ਮੁੱਲਾਂ ਨਾਲੋਂ ਸਮਾਜਵਾਦੀ ਮੁੱਲਾਂ 'ਤੇ ਜ਼ੋਰ ਦਿੰਦੇ ਨੇ। ਪੂੰਜੀਵਾਦੀ ਮੁੱਲ ਹੁੰਦੇ ਨੇ ਜਿਹੜੇ ਸਿਰਫ ਰੁਪਈਏ ਪੈਸੇ ਨੂੰ ਹੀ ਆਪਣਾ ਸਭ ਕੁਝ ਮੰਨਦੇ ਨੇ, ਤੇ ਸਮਾਜਵਾਦੀ ਮੁੱਲ ਹੁੰਦੇ ਨੇ ਜਿਹੜੇ ਉਹ ਸਮਾਜ ਦੀ ਭਲਾਈ ਚਾਹੁੰਦੇ ਨੇ। ਉਹ ਸੰਪਰਦਾਇਕ ਮੁੱਲਾਂ ਨਾਲੋਂ ਧਰਮ ਨਿਰਪੱਖ ਮੁੱਲਾਂ 'ਤੇ ਵਧੇਰੇ ਜ਼ੋਰ ਦਿੰਦੇ ਨੇ। ਸੰਪਰਦਾਇਕ ਹੁੰਦੇ ਨੇ ਜਿਹੜੇ ਧਰਮ ਦੇ ਆਧਾਰ 'ਤੇ ਵੰਡੀਆਂ ਕਰਦੇ ਨੇ ਸਮਾਜ ਦੇ ਵਿੱਚ। ਧਰਮ ਨਿਰਪੱਖ ਹੁੰਦੇ ਨੇ ਜਿਹੜੇ ਧਰਮ ਦੇ ਆਧਾਰ 'ਤੇ ਸਮਾਜ ਨੂੰ ਨਹੀਂ ਵੰਡਦੇ। ਉਹਨਾਂ ਦਾ ਜੀਵਨ ਪ੍ਰਤੀ ਦ੍ਰਿਸ਼ਟੀਕੋਣ ਤੇ ਰਵੱਈਆ ਵਿਗਿਆਨਕ ਹੁੰਦਾ ਹੈ। ਪਛੜੇ ਹੋਏ ਪਿਤਾ ਪੁਰਖੀ ਅੰਧ ਵਿਸ਼ਵਾਸਾਂ ਦਾ ਖੰਡਨ ਕਰਦੇ ਨੇ। ਫਿਰ ਹੈਗਾ ਉਹ ਰਾਸ਼ਟਰੀ ਏਕਤਾ 'ਤੇ ਜ਼ੋਰ ਦਿੰਦੇ ਨੇ। ਮਾਨਵਤਾਵਾਦੀ ਨੇ ਜਿਹੜੇ ਉਹ ਰਾਸ਼ਟਰੀ ਏਕਤਾ 'ਤੇ ਜ਼ੋਰ ਦਿੰਦੇ ਨੇ, ਆਪਣੇ ਸਹਿਕਾਰੀਆਂ ਨਾਲ ਭਾਵਨਾਤਮਕ ਤੌਰ 'ਤੇ ਜੁੜੇ ਹੁੰਦੇ ਨੇ। ਉਹ ਸਾਰੇ ਧਰਮਾਂ, ਜਾਤਾਂ, ਭਾਸ਼ਾਵਾਂ ਦੀ ਕਦਰ ਕਰਦੇ ਨੇ। ਮਾਨਵਵਾਦੀ ਪਹਿਚਾਣ ਵਾਲੇ ਵਿਅਕਤੀਆਂ ਵਿੱਚ ਸਹਿਣਸ਼ੀਲਤਾ ਹੁੰਦੀ ਆ। ਉਹਨਾਂ ਨੂੰ ਮਨੁੱਖਤਾ ਇੱਕ ਸਾਂਝੇ ਵਿਰਸੇ ਵਿੱਚ ਜੋੜਦੀ ਆ। ਉਹ ਸਵੈ ਦਿਲਚਸਪੀ ਤੇ ਹੰਕਾਰ ਨੂੰ ਛੱਡ ਕੇ ਸਾਰਿਆਂ ਦੀ ਹਮਦਰਦੀ ਤੇ ਪਿਆਰ ਸਾਰਿਆਂ ਨਾਲ ਹਮਦਰਦੀ ਤੇ ਪਿਆਰ ਰੱਖਦੇ ਨੇ। ਮਾਨਵਵਾਦੀ ਪਹਿਚਾਣ ਵਾਲੇ ਵਿਅਕਤੀ ਨੇ ਜਿਹੜੇ
ਉਹ ਮੁੜ ਉੱਭਰਨ ਦੀ ਸ਼ਕਤੀ ਰੱਖਦੇ ਨੇ, ਜਿਹੜੀ ਕਿ ਉਹਨਾਂ ਨੂੰ ਜ਼ਿੰਦਗੀ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਡਟ ਕੇ ਮੁਕਾਬਲਾ ਕਰਨ ਦੇ ਯੋਗ ਬਣਾਉਂਦੀ ਹੈ। ਉਹਨਾਂ ਵਿੱਚ ਸਮੱਸਿਆਵਾਂ ਦਾ ਤਰਕ, ਸੂਝ, ਹਿੰਮਤ ਨਾਲ ਹੱਲ ਕਰਨ ਦੀ ਜਿਹੜੀ ਇਹ ਯੋਗਤਾ ਹੁੰਦੀ ਹੈ। ਮਾਨਵਵਾਦੀ ਪਹਿਚਾਣ ਇੱਕ ਅਜਿਹੀ ਸਰਵਪੱਖੀ ਵਿਕਸਿਤ ਸ਼ਖਸੀਅਤ ਵੱਲ ਸੰਕੇਤ ਕਰਦੀ ਹੈ, ਜਿਹੜੀ ਦੂਸਰਿਆਂ ਦੀ ਕਦਰ ਉਹਨਾਂ ਦੇ ਪੈਸੇ, ਯੋਗਤਾ, ਸ਼ੋਹਰਤ ਜਾਂ ਸ਼ਕਤੀ ਕਰਕੇ ਨਹੀਂ ਕਰਦੀ, ਸਗੋਂ ਇਸ ਕਰਕੇ ਕਰਦੀ ਹੈ ਕਿ ਉਹ ਇਨਸਾਨ ਹਨ। ਮਾਨਵਵਾਦੀ ਪਹਿਚਾਣ ਵਾਲਾ ਵਿਅਕਤੀ ਹੈ ਜਿਹੜਾ, ਉਹ ਵਿਸ਼ਵ ਪ੍ਰਸਿੱਧ ਮੁੱਲ ਜਿਵੇਂ ਸੱਚਾਈ, ਸਹੀ ਵਿਵਹਾਰ, ਸ਼ਾਂਤੀ, ਪਿਆਰ, ਅਹਿੰਸਾ 'ਤੇ ਜ਼ੋਰ ਦਿੰਦਾ ਏ, ਜਿਹੜੇ ਸ਼ਖਸੀਅਤ ਦੇ 5 ਪੱਖਾਂ ਕਿਹੜੇ ਨੇ? ਬੌਧਿਕ, ਸਰੀਰਕ, ਭਾਵਨਾਤਮਕ, ਮਨੋਵਿਗਿਆਨਕ ਤੇ ਅਧਿਆਤਮਕ ਨੂੰ ਪ੍ਰਦਰਸ਼ਿਤ ਕਰਦੇ ਨੇ। ਅੱਗੇ ਹੈਗੀ ਆ ਜੀ ਵਿਸ਼ੇਸ਼ਤਾ ਮਾਨਵਵਾਦੀ ਸੋਚ ਹੈ ਜਿਹੜੀ, ਉਹਦੀ ਮਾਨਵਵਾਦੀ ਪਹਿਚਾਣ ਆ ਜਿਹੜੀ ਵਿਅਕਤੀ ਵਿੱਚ ਸਹਿਯੋਗ, ਮਨੁੱਖੀ ਭਲਾਈ, ਸੱਚਾਈ, ਸੁੰਦਰਤਾ, ਚੰਗਿਆਈ, ਪਿਆਰ, ਹਮਦਰਦੀ ਵਿਕਸਿਤ ਕਰਦੀ ਹੈ। ਤਾਂ ਇਹ ਸੀਗੀਆਂ ਮਾਨਵਵਾਦੀ ਪਹਿਚਾਣ ਦੀਆਂ ਵਿਸ਼ੇਸ਼ਤਾਵਾਂ। ਇਸ ਵੀਡੀਓ ਦੇ ਵਿੱਚ ਇੰਨਾ ਹੀ। ਇਸੇ ਟੌਪਿਕ ਨਾਲ ਰਿਲੇਟਡ ਅਸੀਂ ਸਕੂਲ ਦੇ ਨਾਲ ਸੰਬੰਧਿਤ ਮਾਨਵਵਾਦੀ ਜਿਹੜਾ ਪਹਿਚਾਣ ਉਹ ਕਰਾਂਗੇ ਕਿ ਸਕੂਲ ਕੀ ਰੋਲ ਅਦਾ ਕਰਦਾ ਹੈ। ਤਾਂ ਆਉਣ ਵਾਲੀ ਵੀਡੀਓ ਦੇ ਵਿੱਚ ਅਗਲਾ ਕਨਸੈਪਟ। ਇਸ ਵੀਡੀਓ ਦੇ ਵਿੱਚ ਇੰਨਾ ਹੀ। ਓਕੇ, ਥੈਂਕਸ।